Bye. Guru. 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 गुरु जी दी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारिओ जो आपां नूं गुरबाणी गुरु विच गुरु साहिबानां ने भगतां ने संतां ने साधुआं ने सतगुरु गुरु नानक पातशाह ने उपदेश दिते सानू समझाउंदे भी जो अकाल पुरख परमेश्वर वाहिगुरु साडा सारियां दा जन्मदाता साडा सारियां दा मूल बई वो सानू पैदा करके किवें साडी पालना पोसना कर फिर इहदा भेत सतगुरु आपां नूं गुरबाणी गुरु राहीं दे जिवें आपां देखदे आ हुण कणक आई है बाहर मंडी दे विच बोरियां पईआं हौले कणक नूं किहने बीजिया किहने वाहिया ते किहने वढिया फिर किहने इन्हां नूं वढ के भरिया इन्हां नूं खाएगा हुण और ये सब मालक तय करदा। महाराज कहंदे भी ये सानू जीवां नूं भेद नहीं है। इसलिए गुरु नानक पातशाह फरमाउंदे कोई वाहे को लुणे को भाए खलियाण नानक एव न जापई कोई खाए निदान। बे कोई तो बाहुंदा है कोई वढ़दा कोई भरदा हुण अंत समय इनू कौन खाएगा क्योंकि जिन्हों मालक ने देना जिहदे मुख दे विच पाउणा। हुण इसलिए फिर आपां नूं समझाउंदे भी जिथे जिहदा दाना पानी
ਵੀ ਉਹਨੇ ਉੱਥੇ ਹੀ ਖਾਣਾ ਅਤੇ ਉਹ ਪਹਿਲਾਂ ਹੀ ਤੈਅ ਹੁੰਦਾ ਮਾਲਕ ਨੇ ਦੇਣਾ। ਫਰਮਾਉਂਦੇ ਨੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੀ। ਬਈ ਜੋ ਪਰਮਾਤਮਾ ਨਿਰੰਕਾਰ ਉਹਦੇ ਵੱਸ, ਬਈ ਸਾਨੂੰ ਉਹਨੇ ਕਿੱਧਰ ਨੂੰ ਲੈ ਕੇ ਜਾਣਾ, ਕੀ ਕਰਾਉਣਾ, ਕਿੱਥੇ ਲੈ ਕੇ ਜਾਣਾ। ਬਈ ਜਿਹੜੀ ਸਾਡੇ ਨੱਕ ਦੇ ਵਿੱਚ ਨੱਥ ਤੇ ਉਹ ਹੱਥ ਅੱਗੇ ਪਰਮਾਤਮਾ ਦੇ ਆ, ਨੱਕ ਨੱਥ ਖਸਮ ਹੱਥ। ਬਈ ਸਾਡੀ ਆਪਣੀ ਮੱਤ ਨਹੀਂ ਚੱਲਦੀ। ਕਈ ਵਾਰ ਅਸੀਂ ਮਤਾ ਪਗਾਉਂਦੇ ਹਾਂ ਬਈ ਅਸੀਂ ਫਲਾਣੇ ਥਾਂ ਜਾਣਾ ਅਤੇ ਉਹ ਸਾਡਾ ਮਤਾ ਚੱਲਦਾ ਹੀ ਨਹੀਂ, ਪੁੱਗਦਾ ਹੀ ਨਹੀਂ, ਉਹ ਸਾਨੂੰ ਹੋਰ ਪਾਸੇ ਨੂੰ ਲੈ ਜਾਂਦਾ। ਮਹਾਰਾਜ ਕਹਿੰਦੇ ਮਤਾ ਕਰੇ ਪੂਰਬ ਕੇ ਤਾਈਂ ਪੱਛਮ ਹੀ ਲੈ ਜਾਤ। ਬਈ ਅਸੀਂ ਮਤਾ ਪਗਾਉਂਦੇ ਬਈ ਅਸੀਂ ਪੂਰਬ ਵੱਲ ਨੂੰ ਜਾਣਾ ਅਤੇ ਉਹ ਕਹਿੰਦਾ ਵੀ ਨਹੀਂ, ਉਹਦੀ ਮਰਜ਼ੀ, ਉਹ ਪੱਛਮ ਵੱਲ ਨੂੰ ਲੈ ਜਾਵੇ। ਸੋ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਸਾਰਾ ਜਿਹੜਾ ਖੇਲ ਹੈ ਇਹ ਮਾਲਕ ਦਾ, ਪਰਮਾਤਮਾ 'ਚ। ਸਾਨੂੰ ਜੀਵਾਂ ਨੂੰ ਬਾਅਦ 'ਚੋਂ ਪੈਦਾ ਕਰਦਾ, ਰਿਜ਼ਕ ਸਾਡਾ ਪਹਿਲਾਂ ਭੇਜ ਦਿੰਦੇ। ਜੀ ਜੰਤ ਸਾ ਪਾਛੇ ਕਰਿਆ ਪ੍ਰਥਮੇ ਰਿਜ਼ਕ ਸਵਾਹਾ। ਬਈ ਸਾਨੂੰ ਜੀਵਾਂ ਨੂੰ ਮਾਲਕ ਬਾਅਦ 'ਚੋਂ ਪੈਦਾ ਕਰਦਾ, ਸਾਡਾ ਰਿਜ਼ਕ, ਸਾਡਾ ਖਾਣਾ ਪਹਿਲਾਂ ਭੇਜ ਦਿੰਦੇ, ਪਹਿਲਾਂ ਪ੍ਰਬੰਧ ਕਰ ਦਿੰਦੇ। ਹੁਣ ਜਿੱਥੇ ਜਿੱਥੇ ਮਾਲਕ ਨੇ ਪ੍ਰਬੰਧ ਕੀਤਾ ਉਹ ਸਾਨੂੰ ਫਿਰ ਖਾਣਾ ਪੈਣਾ। ਸਾਡੇ ਸਵਾਸ ਤੇ ਇਹ ਜਿਹੜਾ ਰਿਜ਼ਕ ਇਕੱਠੇ ਖਤਮ ਹੁੰਦੇ। ਜਿੰਨਾ ਸਮਾਂ ਸਾਡੇ ਸਵਾਸ ਹੈਗੇ, ਸਾਡਾ ਰਿਜ਼ਕ ਹੈਗਾ, ਓਨਾ ਸਮਾਂ ਅਸੀਂ ਕਿਤੇ ਨਹੀਂ ਚੱਲੇ। ਜਿੰਨਾ ਸਮਾਂ ਸਾਨੂੰ ਦਿੱਤਾ ਉਹਦੇ ਵਿੱਚ ਘਟਦਾ ਵਾਧਾ ਨਹੀਂ ਹੈ। ਗਣ ਘਾਲੇ ਸਭ ਦਿਵਸ ਸਾਸ, ਨਾ ਵੱਢਣ ਘਟਣ ਤਿਲ ਸਾਰ। ਸੋ ਬਾਕੀ ਜਿਹੜੇ ਜੀਵਨ ਨੇ ਮਾਨਸ ਨੂੰ ਛੱਡ ਕੇ ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਵੀ ਹੈ ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਰਿਜ਼ਕ ਵੀ ਦੇਣਾ ਅਤੇ ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨਾ। ਸਿਰਫ ਇੱਕ ਮਾਨਸ ਹੀ ਐਸਾ ਹੈ ਵੀ ਸਾਨੂੰ ਜਿੰਨਾ ਵੱਧ ਗਿਆਨ ਦਿੱਤਾ, ਸਾਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਰਿਹਾ, ਸਾਨੂੰ ਉਹਦੇ 'ਤੇ ਪ੍ਰਤੀਤ ਨਹੀਂ, ਸਾਨੂੰ ਵਿਸ਼ਵਾਸ ਨਹੀਂ ਹੈ ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਡੀ ਪਾਲਣਾ ਪੋਸ਼ਣਾ ਵੀ ਕਰਨੀ। ਹੁਣ ਆਪਾਂ ਨੂੰ ਫਿਰ ਇਸ ਲਈ ਭਰੋਸਾ ਦਿਵਾਉਣ ਵਾਸਤੇ ਸਾਨੂੰ ਉਦਾਹਰਨਾਂ ਦਿੱਤੀਆਂ ਗੁਰਬਾਣੀ ਗੁਰੂ ਵਿੱਚ, ਉਹਨਾਂ ਜੀਵਾਂ ਦੀਆਂ, ਪਸ਼ੂਆਂ ਦੀਆਂ, ਪੰਛੀਆਂ ਦੀਆਂ, ਬਈ ਤਾਂ ਕਿ ਸਾਨੂੰ ਉਹਨਾਂ ਨੂੰ ਦੇਖ ਕੇ ਸਮਝ ਲੱਗ ਜੇ, ਸਾਨੂੰ ਭਰੋਸਾ ਆ ਜੇ, ਸਾਨੂੰ ਪ੍ਰਤੀਤ ਆ ਜੇ ਪਰਮਾਤਮਾ 'ਤੇ। ਜਿਵੇਂ ਮਾਲਕ ਨੇ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ, ਸੈਲ ਪੱਥਰ ਹੈ ਉਹਦੇ ਵਿੱਚ ਅੰਦਰ ਜੀਵ, ਹੁਣ ਮਾਲਕ ਉਹਨੂੰ ਉਹਦੇ ਵਿੱਚ ਵੀ ਰਿਜ਼ਕ ਪੜਾਉਂਦਾ, ਉੱਥੇ ਵੀ ਉਹਨੂੰ ਖੁਰਾਕ ਦਿੰਦੀ। ਆਪਾਂ ਪੜ੍ਹਦੇ ਰੋਜ਼ ਸਤਿਗੁਰੂ ਫਰਮਾਉਂਦੇ, ਸੈਲ ਪੱਥਰ ਮੇ ਜੰਤ ਪਾਇਆ, ਤਾਕਾ ਰਿਜ਼ਕ ਆਗੇ ਕਰ ਧਰਿਆ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਮਾਲਕ ਨੇ ਪ੍ਰਬੰਧ ਕੀਤਾ ਹੋਇਆ ਵੀ ਜੇ ਉਹ ਜੀਵ ਨੂੰ ਉੱਥੇ ਖੁਰਾਕ ਦੇ ਸਕਦਾ ਅਤੇ ਕੀ ਸਾਨੂੰ ਨਹੀਂ ਦੇਗਾ। ਮਹਾਰਾਜ ਕਹਿੰਦੇ ਵੀ ਜਿਹੜਾ ਪਖਾਨ ਹੈ ਪੱਥਰ, ਬਈ ਉਹ ਸਾਰੇ ਪਾਸਿਓਂ ਬੰਦ ਹੈ, ਉਹਦੇ ਵਿੱਚ ਕੋਈ ਰਾਹ ਵੀ ਨਹੀਂ ਜਾਂਦਾ, ਰਸਤਾ ਵੀ ਨਹੀਂ ਹੈ ਕੋਈ ਵਿੱਚ ਜਾਣ 'ਚ। ਮਾਲਕ ਹੁਣ ਉਹਨੂੰ ਵੀ ਉੱਥੇ ਜੀਵ ਨੂੰ ਰਿਜ਼ਕ ਦਿੰਦਾ, ਉੱਥੇ ਵੀ ਉਹਦੀ ਪਾਲਣਾ ਪੋਸ਼ਣਾ ਕਰਦਾ। ਸਤਿਗੁਰੂ ਫਰਮਾਉਂਦੇ, ਪਖਾਨ ਕੀਟ ਗੁਪਤ ਹੋਏ ਰਹਿਤ, ਤਾਚੋ ਮਾਰਗ ਨਾਹੀਂ। ਕਹੇ ਧੰਨਾ ਪੂਰਨ ਤਾਹੂ ਕੋ ਮਤਰੇ ਜੀਟ ਰਾਹੀ। ਬਈ ਮਾਲਕ ਪੂਰਨ ਹੈ, ਬਈ ਉਹ ਪਖਾਣ ਦੇ ਵਿੱਚ ਕੋਈ ਮਾਰਗ, ਕੋਈ ਰਸਤਾ ਵੀ ਨਹੀਂ ਜਾਂਦਾ, ਉਹ ਫਿਰ ਵੀ ਉਹਨੂੰ ਉੱਥੇ ਵੀ ਜਿਉਂਦਾ ਰੱਖਦਾ।
फिर महाराज उदाहरण दिंदे भी कच्छू को मां है भी वो आप पानी दे विच रहिंदा ते उहदे आंडे बाहर दे के रेते विच ते फिर पानी दे विच चला जांदा। हुण उन्हां दे विचों बच्चे भी निकलदे हुण आप जिहड़ी कच्छू कुमी वो पानी दे अंदर ना तां ਉਹ ਜਿਹੜੇ ਬੱਚੇ ਉਹਨਾਂ ਦੇ ਖੰਭ ਵੀ ਉਹ ਉੱਡ ਸਕਣ ਅਤੇ ਨਾ ਹੀ ਉਹਨਾਂ ਦੇ ਕੱਛੂ ਕੰਮੇ ਦੇ ਕੋਈ ਥਣ ਵੀ ਦੁੱਧ ਆਉਂਦਾ ਜਿਹੜਾ ਉਹ ਦੁੱਧ ਚੁੰਘ ਸਕਣ। ਹੁਣ ਉਹਨਾਂ ਦੀ ਫਿਰ ਪਾਲਣਾ ਪੋਸਣਾ ਕੌਣ ਕਰਦਾ, ਕੌਣ ਉਹਨਾਂ ਨੂੰ ਖਵਾਉਂਦਾ, ਕੌਣ ਉਹਨਾਂ ਨੂੰ ਰਿਜ਼ਕ ਦਿੰਦਾ। ਜਿਹੜੇ ਭਗਤਾਂ ਦੀ ਦਿਵ ਦ੍ਰਿਸ਼ਟੀ ਹੋਈ ਉਹਨਾਂ ਨੇ ਫਿਰ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ ਅਤੇ ਦੇਖ ਕੇ ਫਿਰ ਆਪਾਂ ਨੂੰ ਦੱਸੀ। ਮਹਾਰਾਜ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀਂ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਬਈ ਤੂੰ ਉਹਨੂੰ ਦੇਖ ਕੇ ਸਮਝ ਲਾ ਬਈ ਉਹਨੂੰ ਹੁਣ ਕੌਣ ਪਾਲਦਾ, ਕੌਣ ਉਹਨਾਂ ਬੱਚਿਆਂ ਦੀ ਪਾਲਣਾ ਪੋਸਣਾ ਕਰਤ, ਕੌਣ ਉਹਨਾਂ ਨੂੰ ਰਿਜ਼ਕ ਦਿੰਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਪਰਮਾਤਮਾ ਮਾਲਕ ਬਈ ਜਿਹੜੇ ਦਾਣੇ ਜਿਹਦੇ 'ਤੇ ਸਾਡੀ ਮੋਹਰ ਲੱਗੀ ਹੈ ਉਹਨੂੰ ਅਸੀਂ ਹੀ ਖਾਣਾ ਹੈ, ਉਹਨੂੰ ਕੋਈ ਹੋਰ ਨਹੀਂ ਖਾ ਸਕਦਾ। ਬਈ ਪਹਿਲਾਂ ਜਿਵੇਂ ਕਿਸੇ ਨੇ ਵਾਹਿਆ, ਕਿਸੇ ਨੇ ਬੀਜਿਆ, ਕਿਸੇ ਨੇ ਵੱਢਿਆ, ਕਿਸੇ ਨੇ ਭਰਿਆ, ਕਿਸੇ ਨੇ ਖਾਣਾ ਉਹਨੂੰ। ਹੁਣ ਮੰਡੀ ਵਿੱਚ ਕਿੰਨੇ ਦਾਣੇ ਪਏ ਅਤੇ ਆਪਾਂ ਨੂੰ ਨਹੀਂ ਪਤਾ ਵੀ ਕਿਹਨੇ ਨੂੰ ਖਾਣਾ, ਅਤੇ ਮਾਲਕ ਸਭ ਜਾਣਦਾ। ਉਹਨੂੰ ਪਤਾ ਵੀ ਕਿਹੜਾ ਦਾਣਾ ਕਿਹਦੇ ਮੂੰਹ ਦੇ ਵਿੱਚ ਪਾਉਣਾ। ਜਾਣੀ ਦੀ ਇੰਨੀ ਬਰੀਕੀ ਦੇ ਵਿੱਚ ਖੇਲ ਚੱਲਦਾ। ਅਤੇ ਇਸ ਕਰਕੇ ਕਹਿੰਦੇ ਵੀ ਮਾਲਕ ਦੇ ਜਿਹੜੇ ਗੁਣ ਨੇ ਬਈ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਈ ਉਹ ਇੰਨਾ ਬੇਅੰਤ ਹੈ ਬਈ ਉਹਦਾ ਅੰਤ ਜਾਣਿਆ ਹੀ ਨਹੀਂ ਜਾ ਸਕਦਾ। ਬਈ ਉਹਦੇ ਗੁਣਾਂ ਦਾ ਵੀ ਨਹੀਂ ਅੰਤ ਪਾਇਆ ਜਾ ਸਕਦਾ। ਬਈ ਜੇ ਆਪਾਂ ਉਹਦੇ ਗੁਣ ਗਾਉਣ ਲੱਗੀਏ, ਉਹਦੇ ਗੁਣ ਲਿਖਣ ਲੱਗੀਏ ਤਾਂ ਅਸੀਂ ਨਹੀਂ ਲਿਖ ਸਕਦੇ। ਮਹਾਰਾਜ ਕਹਿੰਦੇ ਵੀ ਜਿੰਨੀ ਵੀ ਬਨਸਪਤੀ ਹੈ ਜੇ ਉਹਦੀ ਸਾਰੀ ਬਨਸਪਤੀ ਦੀ ਕਲਮ ਬਣਾ ਲਈ ਜਾਵੇ, ਜਿੰਨਾ ਸਮੁੰਦਰਾਂ ਦੇ ਵਿੱਚ ਪਾਣੀ ਹੈ ਉਹਦੀ ਸਾਰੇ ਦੀ ਸ਼ਾਹੀ ਬਣਾ ਕੇ, ਜਿੰਨੀ ਇਹ ਧਰਤੀ ਹੈ ਧਰਤੀ ਦਾ ਕਾਗਜ਼ ਬਣਾ ਕੇ ਜੇ ਅਸੀਂ ਉਹਦੇ ਗੁਣ ਲਿਖਣ ਲੱਗੀਏ ਮਾਲਕ ਦੇ, ਉਹਦੇ ਗੁਣਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਫਿਰ ਵੀ ਉਹਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ ਕਬੀਰ ਸਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਈ ਬਸੁਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਵੀ ਹਰੀ ਦਾ ਜਸ ਮਾਲਕ ਦੇ ਗੁਣ ਅਸੀਂ ਫਿਰ ਵੀ ਨਹੀਂ ਬਿਆਨ ਕਰ ਸਕਦੇ, ਫਿਰ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਅਸੀਂ ਕਹਿੰਦੇ ਵੀ ਸਾਨੂੰ ਬੜਾ ਗਿਆਨ ਹੈ ਜੀ, ਅਸੀਂ ਬਹੁਤ ਜਾਣਦੇ ਹਾਂ, ਅਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਕੀ ਜਾਣਦੇ ਵੀ ਆਪਾਂ ਤਾਂ ਕੁਛ ਵੀ ਨਹੀਂ ਜਾਣਦੇ, ਆਪਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਹੈ। ਵੀ ਮਾਲਕ ਹੈ ਜਿਹੜਾ ਪਰਮਾਤਮਾ ਉਹ ਅੰਤਰਜਾਮੀ, ਉਹ ਘੱਟ ਘੱਟ ਦੀ ਜਾਣਨ ਵਾਲਾ ਅਤੇ ਸਭ ਦੀ ਜਿਹੜੀ ਉਹ ਪਾਲਣਾ ਪੋਸਣਾ ਕਰਨ ਵਾਲਾ, ਸਾਰੇ ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਬੇਅੰਤ ਹੈ, ਤੂੰ ਬੇਅੰਤ ਕੋ ਬਿਰਲਾ ਜਾਣੇ। ਵੀ ਕਿੰਨਾ ਕੁ ਲੰਮਾ ਚੌੜਾ, ਕਿੱਡਾ ਕੁ ਵੱਡਾ, ਕਿੰਨਾ ਕੁ ਉਹਦਾ ਖਲਾਰਾ, ਕਿੰਨਾ ਕੁ ਉਹਨੇ ਪਸਾਰਿਆ ਹੋਇਆ ਆਪਣਾ, ਇਹ ਮਾਲਕ ਆਪ ਹੀ ਜਾਣਦਾ। ਅਤੇ ਸਾਰੇ ਜੀਵ ਉਹਦੀ ਨਜ਼ਰ ਹੇਠ ਨੇ, ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ। ਬਈ ਜਿੰਨੇ ਵੀ ਜੀਵ ਮਾਲਕ ਨੇ ਪੈਦਾ ਕੀਤੇ, ਜਿੰਨੀ ਵੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਸਾਰੇ ਉਹਦੀ ਨਜ਼ਰ ਹੇਠ ਸਭ ਨੂੰ ਦੇਖਦਾ।
महाराज कहते सब नदरी अंदर रखदा जेती सृष्ट सब कीती भी जिन्नी भी सृष्टि 84 ਲੱਖ जून मालक ने पैदा की भी जिहड़ी वाधी घटदी नहीं पूरे 84 ਲੱਖ ही रख जिमें 1 जून खत्म हो जाती नाल ही उहदे दूसरा एक आकार खत्म हो जाता उहदे नाल ही होर आकार बना दिंदे। महाराज इसलिए फरमाउंदे 1,84,00,000 मेदनी भी जिहड़ी ये 84 ਲੱਖ जून भी ये वाधी घटदी नहीं पूरी रहिंदी मालक पूरी रखद। हुण आपां नूं कहिंदे भी सारे उहदी नज़र हेठ कोई उहदी नज़र तो बाहर नहीं ते सबना दी पालना पोसना करद। महाराज इसलिए फिर सानूं समझाउंदे भी साडा जो ठाकुर है मालक वो सदा ही बोलदा ते सारे जीवां नूं वो जीवन दान दे रहे। ठाकर हमारा सद बुलंता सर्व जियां को दान प्रभ देता भी सारियां नूं जीवन दान दे रही। हुण मालक साडे इन्ना नेड़े भी सब तो नेड़े परमात्मा ही। हुण जदों सानूं भेत नहीं हुंदा सोझी नहीं हुंदी फिर उदों असीं समझदे भी रब पता नहीं किड्डी क दूर। जिवें आम जीव कह देंदे भी रब तो पता नहीं कित्थे दूर ही चला गया सुनदा ही नहीं। वो दूर नहीं गया असी दूर चले गए वो तो साडे नेड़े ही वसदा। असी भरम दे विच पै के असी दूर चले गए हैं भी रब असी कहने भी रब दूर है रब थोड़ी दूर है वो तो नेड़े ही है। असी भरम दे विच दूर हाँ। महाराज इसलिए आपां नूं समझाउंदे भी सब तो नेड़े साडे मालक ही है। ते जदों सानूं भेत नहीं हुंदा साडा मन है जिहड़ा मूर्ख बनिया हुंदा ते उदों असीं परमात्मा नूं दूर समझदे। ते सतगुरु सानूं फरमाउंदे दीन दयाल किरपाल सुख सागर सर्ब घटा भरपूरी रे पेखत सुनत सदा है संगी मैं मूर्ख जाने दूरी रे। बई पहला जदों मन साडा मूर्ख हुंदा असीं परमात्मा नूं दूर समझदे। जदों गुरु आपां नूं समझाउंदा असीं गुरु दी मत लैंदे फिर भेद खोलदा भी परमात्मा जिहड़ा भी उहदा सदा ही साडे अंग संग ਉਹਦਾ सदा ही सानूं देखदा सदा ही साडी सुणदा है ते ਉਹ ਤਾਂ सदा ही बोलदा है। महाराज इसलिए कहते भी वो सर्व व्यापक है ऐसी कोई थां नहीं जिथे वो ना हो। घाट घाट रब रिहा बनवारी जल थल महीअल गुप्तो वरते गुर शब्दी देख नहारी जी। बई जिहड़ा जल दे विच भी है थल दे विच भी है धरती ते आसमान दे विच भी है ऐसी कोई थां ही नहीं जिथे ना हो हर थां ते मौजूद है। हुण जदों फिर असीं सर्व व्यापक नूं देख लैने आ मालक जदों साडी उहदे नाल प्रीत पै जांदी प्यार पै जांदा फिर सानूं भेद लगदा भी ये तां सारा खेल मालक दा अपना ही। बई वो आप ही जीवन नूं पैदा करने वाला आप ही जदों समा खत्म हो जाता वापस ले जाता। बई जीवन नूं जिवाउण वाला ते मारन वाला वो आप ही है उहदे वस है। भी किसी होर जीव दे वस नहीं भी वो जीव एक दूसरे नूं मार सके। महाराज इसलिए फरमाउंदे मारे राखे को आप मानक के किछ नाही हाथ। बई जीव दे कुछ हथ नहीं है वो खेल उहदा आपदा मालक। सो इस वास्ते फिर आपां नूं जदों सतगुरु समझाउंदे साडे मन नूं सोझी दिंदे ज्ञान दिंदे बई जद तक सानूं समा दिता मालक ने
ਸਵਾਸਾਂ ਦਾ ਧਨ ਜਦ ਤੱਕ ਉਹ ਖੁਦ ਨਹੀਂ ਸਵਾਸ ਰੋਕ ਲੈਂਦਾ, ਉਹਨਾਂ ਸਮਾਂ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ। ਵੀ ਉਹ ਜੇ ਮਾਲਕ ਨਾ ਚਾਹਵੇ ਤੇ ਕੋਈ ਕਿਸੇ ਨੂੰ ਖਤਮ ਨਹੀਂ ਕਰ ਸਕਦਾ। ਜਿਸਕੇ ਸਾਸ ਨ ਕਾਢ ਤਾਪ, ਤਾਕੋ ਰਾਖੇ ਦੇ ਕਰ ਹੱਥ। ਵੀ ਜਿਹਦੇ ਸਵਾਸ ਮਾਲਕ ਕਹਿੰਦਾ ਮੈਂ ਖੁਦ ਨਹੀਂ ਕੱਢ ਲੈਂਦਾ, ਉਹਨੂੰ ਮੈਂ ਹੱਥ ਦੇ ਕੇ ਰੱਖ ਲੈਂਦਾ। ਜਿਹਦਾ ਸਮਾਂ ਖਤਮ ਹੋ ਗਿਆ, ਉਹਦੀ ਵਿੱਧ ਬਣਨੀ ਤੇ ਉਹਨੇ ਜਾਣਾ ਇਸ ਸੰਸਾਰ ਦੇ ਵਿੱਚ। ਹੁਣ ਤਾਂ ਕਰਕੇ ਫਿਰ ਆਵਾ ਨੂੰ ਸਮਝਾਉਂਦੇ ਵੀ ਇਹ ਇੱਕ ਖੇਲ ਹੈ ਮਾਲਕ ਦਾ, ਪਰਮਾਤਮਾ ਦਾ। ਉਹਨੇ ਇਸ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਅਤੇ ਉਹ ਰਚਣਹਾਰ ਹੈ। ਇਹ ਮਹਾਰਾਜ ਕਹਿੰਦੇ ਵੀ ਉਹ ਰਚਣਹਾਰੇ ਨੂੰ ਤੁਸੀਂ ਜਾਣੋ, ਉਹਨੂੰ ਸਮਝੋ, ਉਹਦੇ ਸਨਮੁਖ ਹੋਵੋ, ਉਹਦੇ ਨਾਲ ਮਿਲਾਪ ਕਰ। ਵੀ ਜੇ ਅਸੀਂ ਮਾਲਕ ਨਾਲ ਮਿਲਾਪ ਕਰ ਲਾਂਗੇ ਤੇ ਅਸੀਂ ਉਹਦਾ ਰੂਪ ਹੋ ਜਾਵਾਂਗੇ। ਜੇ ਅਸੀਂ ਆਪਣੇ ਆਪੇ ਦੀ ਵੀ ਪਹਿਚਾਣ ਕਰ ਲਾਂਗੇ, ਅਸੀਂ ਤਾਂ ਵੀ ਮਾਲਕ ਦਾ ਰੂਪ ਹੀ। ਮਹਾਰਾਜ ਤਾਂਹੀਓ ਸਮਝਾਉਂਦੇ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੀ ਆਪਣਾ। ਵੀ ਜਿੱਦਣ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ ਤੇ ਸਾਨੂੰ ਭੇਤ ਖੁੱਲ੍ਹਦਾ ਵੀ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਅਸੀਂ ਉਹਦੇ ਬੱਚੇ ਹਾਂ ਤੇ ਉਹਦਾ ਹੀ ਰੂਪ ਆ। ਅੱਗੇ ਮਹਾਰਾਜ ਕਹਿੰਦੇ ਵੀ ਮੇਰੇ ਦੋ ਹੀ ਰੂਪ ਨੇ, ਇੱਕ ਨਿਰਗੁਣ ਤੇ ਦੂਸਰਾ ਸਰਗੁਣ। ਵੀ ਤੀਜਾ ਮੈਂ ਕੋਈ ਹੋਰ ਆਪਦਾ ਰੂਪ ਬਣਾਇਆ ਹੀ ਨਹੀਂ। ਬਈ ਇਹ ਨਿਰਗੁਣ ਦੇ ਵਿੱਚੋਂ ਹੀ ਮੈਂ ਆਪਣਾ ਜਿਹੜਾ ਸਰਗੁਣ ਰੂਪ ਹੈ ਉਹ ਪ੍ਰਗਟ ਕੀਤਾ। ਫਰਮਾਉਂਦੇ ਨੇ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਬਈ ਇਹ ਜਿਹੜਾ ਸਰਗੁਣ ਰੂਪ ਹੈ ਮੇਰਾ ਹੀ ਰੂਪ ਹੈ, ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਹੋਏ। ਜਿੰਨੇ ਵੀ ਘਾਟ ਸਰੀਰ ਨੇ ਸਾਰੇ ਮਹਾਰਾਜ ਕਹਿੰਦੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ ਵੱਸਦਾ। ਸਭ ਘਟ ਮੇਰੇ ਹੋ ਸਭਨਾ ਅੰਦਰ। ਵੀ ਜਿੰਨੇ ਵੀ ਘਟ ਸਰੀਰ ਨੇ ਸਾਰੇ ਮੇਰੇ ਹੀ ਨੇ, ਮੈਂ ਸਾਰਿਆਂ ਦੇ ਅੰਦਰ। ਹੁਣ ਇਹ ਮੇਰਾ ਖੇਲ ਹੈ ਆਪਣਾ, ਵੀ ਜਿਹਨੂੰ ਮੈਂ ਅੰਦਰ ਬੈਠਾ ਆਪਣਾ ਆਪਾ ਜਣਾ ਦਿਆਂ, ਉਹਨੂੰ ਕੋਈ ਭੁਲਾ ਨਹੀਂ ਸਕਦਾ। ਜਿਹਨੂੰ ਮੈਂ ਆਪਣਾ ਆਪਾ ਭੁਲਾ ਦਿਆਂ, ਉਹਨੂੰ ਵੀ ਕੋਈ ਜਣਾ ਨਹੀਂ ਸਕਦਾ, ਉਹਨੂੰ ਕੋਈ ਸਮਝਾ ਨਹੀਂ ਸਕਦਾ। ਮਾਰੇ ਕਹਿੰਦੇ, ਜਿਸੇ ਖਵਾਈ ਤੇ ਸੁਕਾਉਣ ਕਹੇ, ਜਿਸੇ ਦਖਾਲਾਂ ਬਾਟੜੀ ਤਿਸੇ ਭੁਲਾਵੇ ਕੌਣ। ਜਿਸੇ ਭੁਲਾਈ ਪੰਧ ਸਿਰ ਤਿਸੇ ਜਣਾਵੇ ਕੌਣ। ਮਾਰੇ ਕਹਿੰਦੇ ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ। ਜਿਹਨੂੰ ਮੈਂ ਅੰਦਰ ਬੈਠਾ ਹੀ ਮੁੜ ਤੋਂ ਭੁਲਾ ਦਿਆਂ, ਉਹਨੂੰ ਕੋਈ ਜਣਾਉਣ ਵਾਲਾ ਨਹੀਂ, ਉਹਨੂੰ ਕੋਈ ਸਮਝਾਉਣ ਵਾਲਾ ਨਹੀਂ। ਜਿਹਨੂੰ ਮੈਂ ਆਪਣਾ ਆਪਾ ਜਣਾ ਦਿਆਂ, ਉਹਨੂੰ ਵੀ ਨਹੀਂ ਕੋਈ ਭੁਲਾਉਣ ਵਾਲਾ। ਜਿਵੇਂ ਜਿਨ੍ਹਾਂ ਨੂੰ ਜਣਾਇਆ, ਜਿਵੇਂ ਭਗਤ ਪ੍ਰਹਿਲਾਦ, ਹੁਣ ਉਹਨਾਂ ਦਾ ਪਿਤਾ ਸੀ ਜਿਹੜਾ ਹਰਨਾਕਸ਼। ਹਰਨਾਕਸ਼ ਨੇ ਭਗਤੀ ਕੀਤੀ ਕਿਉਂਕਿ ਜਿਹੜਾ ਜੀਵ ਵੀ ਭਗਤੀ ਕਰਦਾ ਉਹਨੂੰ ਸ਼ਕਤੀ ਮਿਲਦੀ। ਭਗਤੀ ਤਾਂ ਉਹਨੇ ਕੀਤੀ ਪਰ ਉਹਨੂੰ ਪੂਰਨ ਗੁਰੂ ਨਾ ਮਿਲਿਆ, ਉਹਨੂੰ ਕਿਸੇ ਸਾਧੂ ਦਾ ਕਿਸੇ ਸੰਤ ਦਾ ਸੰਗ ਨਾ ਹੋਇਆ ਜਿਹੜਾ ਉਹਨੂੰ ਸਮਝਾਉਂਦਾ ਵੀ ਭਗਤੀ ਕਾਹਦੇ ਵਾਸਤੇ ਕਰਨੀ, ਭਗਤੀ ਕਰਨ ਦਾ ਮਕਸਦ ਕੀ। ਹੁਣ ਭਗਤੀ ਦਾ ਕੀਤੀ ਤੇ ਸ਼ਕਤੀ ਵੀ ਮਿਲੀ। ਮਹਾਰਾਜ ਕਹਿੰਦੇ ਜਦੋਂ ਜੀਵ ਕੋਈ ਵੀ ਕਰਦਾ ਹੈ, ਅਭਿਆਸ ਕਰਦਾ, ਉਹਨੂੰ ਸ਼ਕਤੀ ਮਿਲਦੀ। ਹੁਣ ਉਹਨੇ ਫਿਰ ਨਾ ਗੁਰੂ ਦੀ ਮੱਤ ਹੋਣ ਕਰਕੇ ਉਹਨੇ ਵਰ ਲੈ ਲਏ ਬਈ ਮੈਂ ਨਾ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਧੁੱਪੇ ਮਰਾਂ, ਨਾ ਛਾਵੇਂ ਮਰਾਂ, ਨਾ ਧਰਤੀ 'ਤੇ ਮਰਾਂ, ਨਾ ਆਕਾਸ਼ ਦੇ ਵਿੱਚ ਮਰਾਂ। ਜਾਣੀ ਦੀ ਜਿਹੜੀ ਚੀਜ਼ ਤੋਂ ਉਹਨੂੰ ਖਤਰਾ ਸੀ, ਡਰ ਸੀ, ਉਹਨੇ ਉਹ ਸਾਰੇ ਵਰ ਮੰਗ ਲਏ।
ਇਹ ਜਦੋਂ ਉਹਨੂੰ ਵਰ ਮੰਗੇ ਤੇ ਉਹਦੇ ਅੰਦਰ ਹੰਕਾਰ ਪੈਦਾ ਹੋ ਗਈ ਵੀ ਮੈਂ ਤਾਂ ਹੁਣ ਮਰਨਾ ਹੀ ਨਹੀਂ। ਫਿਰ ਉਹਨੇ ਕੀ ਕੀਤਾ, ਉਹਨੇ ਆਪਦਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਵੀ ਮੇਰਾ ਨਾਮ ਜਪੋ। ਹਾਲੇ ਹਰਨਾਕਸ ਜਲੇ ਹਰਨਾਕਸ, ਵੀ ਹਰ ਥਾਂ 'ਤੇ ਹਰਨਾਕਸ ਹੀ ਨਾ ਮੇਰਾ ਨਾਮ ਜਪ। ਜਿਹੜਾ ਨਹੀਂ ਉਹਦਾ ਨਾਮ ਜਪਦਾ ਸੀ ਉਹਨੂੰ ਸਜ਼ਾ ਦੇ ਦਿੰਦੀ ਸੀ। ਮਾਲਕ ਨੇ ਉਹਨਾਂ ਦੇ ਘਰ ਹੀ ਭਗਤ ਨੂੰ ਭੇਜ ਦਿੱਤਾ, ਭਗਤ ਪ੍ਰਹਲਾਦ। ਉਹਨਾਂ ਦੀ ਲੈਵੀ ਨਹੀਂ ਤੋੜੀ। ਜਿਵੇਂ ਆਪਾਂ ਦਾ ਜਦੋਂ ਸੰਸਾਰ 'ਚ ਆਉਂਦੇ ਆਪਣੀ ਲਿਵ ਟੁੱਟ ਜਾਂਦੀ, ਜਦੋਂ ਆਪਣੀ ਲਿਵ ਟੁੱਟਦੀ ਨਾਮ ਦੇ ਨਾਲ, ਉਦੋਂ ਆਪਾਂ ਨੂੰ ਮਾਇਆ ਲੱਗਦੀ, ਫਿਰ ਆਪਾਂ ਨੂੰ ਤ੍ਰਿਸ਼ਨਾ ਲੱਗਦੀ। ਮਾਰੇ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਔਰ ਉਹਨਾਂ ਦੀ ਮਾਲਕ ਨੇ ਲੈਵੀ ਨਹੀਂ ਤੋੜੀ ਪ੍ਰਹਲਾਦ ਦੀ। ਜਦੋਂ ਲੈਵ ਨਹੀਂ ਤੋੜੀ ਤੇ ਉਹਨਾਂ ਨੂੰ ਗਿਆਨ ਨੇ ਸਾਰਾ, ਜਦ ਤੱਕ ਲੈਵ ਨਹੀਂ ਟੁੱਟਦੀ ਸਾਨੂੰ ਭੁੱਲਦਾ ਨਹੀਂ, ਉੱਧਰੋਂ ਮਾਲਕ ਨਹੀਂ ਭੁੱਲਦਾ ਸਾਨੂੰ। ਹੁਣ ਉਹਨਾਂ ਨੇ ਫਿਰ ਮਾਲਕ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਸਕੂਲ ਜਾਵੇ ਤੇ ਉਸੇ ਹੀ ਰਾਮ ਰਾਮ ਜਪੇ, ਤੇ ਨਾਲ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਜਪਣ ਲਾ, ਤੁਸੀਂ ਵੀ ਜਪੋ, ਤੁਸੀਂ ਵੀ ਸਿਮਰਨ ਕਰੋ। ਫਿਰ ਜਿਹੜੇ ਪਾਂਦੇ ਸੀ, ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਸੀ, ਸੰਡਾ ਤੇ ਮਰਕ, ਉਹਨਾਂ ਨੇ ਜਾ ਕੇ ਹਰਨਾਕਸ਼ ਕੋਲ ਸ਼ਿਕਾਇਤ ਕੀਤੀ ਵੀ ਤੁਹਾਡਾ ਜਿਹੜਾ ਬੇਟਾ ਹੈ ਬਈ ਨਾ ਤਾਂ ਉਹ ਆਪ ਤੁਹਾਨੂੰ ਜਪਦਾ ਹੈ ਤੇ ਨਾਲ ਗਾਂ ਉਹ ਆਪ ਵੀ ਸਿਮਰਨ ਕਰਦਾ ਮਾਲਕ ਦਾ, ਤੇ ਨਾਲ ਗਾਂ ਉਹ ਜਿਹੜੇ ਚਾਟੜੇ ਉਹਨਾਂ ਨੂੰ ਵੀ ਵਿਗਾੜਦਾ, ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਰਾਮ ਰਾਮ ਕਰ। ਫਿਰ ਉਹਨਾਂ ਨੂੰ ਡਰਾਇਆ ਗਿਆ ਬਈ ਜੇ ਉਹ ਨਹੀਂ ਹਰਨਾਕਸ਼ ਦਾ ਨਾਮ ਜਪੇਗਾ ਤੇ ਜੋ ਸਜ਼ਾ ਦੂਸਰਿਆਂ ਨੂੰ ਦਿੰਦਾ ਸੀ ਵੀ ਉਹਨੂੰ ਵੀ, ਫਿਰ ਜੇ ਮੈਂ ਇਹਨੂੰ ਛੱਡਾਂਗਾ ਵੀ ਦੁਨੀਆ ਵਾਲੇ ਸਮਝਣਗੇ ਵੀ ਆਪਦਾ ਪੁੱਤਰ, ਇਹਨੂੰ ਛੱਡ ਦਿੱਤਾ, ਤੇ ਉਹਨੂੰ ਵੀ ਕਹਿੰਦੇ ਵੀ ਇਹਨੂੰ ਵੀ ਮੌਤ ਦੀ ਸਜ਼ਾ ਦੇ ਦਿੱਤੀ। ਤੇ ਜਿਹੜੀ ਉਹਨਾਂ ਦੀ ਮਾਤਾ ਸੀ ਉਹ ਪ੍ਰਹਲਾਦ ਨੂੰ ਬੇਨਤੀ ਕਰਨ ਲੱਗੀ ਬਈ ਜੇ ਤੂੰ ਰਾਮ ਰਾਮ ਛੱਡ ਕੇ ਤੂੰ ਆਪਦੇ ਪਿਤਾ ਦਾ ਨਾਂ ਲੈਣ ਲੱਗ ਜਾਏ ਤੇ ਤੇਰੀ ਜਾਨ ਬਖਸ਼ੀ ਜਾ ਸਕਦੀ। ਮੈਂ ਉਹਨਾਂ ਨੂੰ ਕਹਿ ਦਿੰਦੀ। ਹੁਣ ਉਹ ਨਹੀਂ ਹਟੇ। ਉਹਨਾਂ ਨੇ ਤਾਂ ਇਹੀ ਆਖਿਆ ਵੀ ਮੇਰੀ ਮਨ ਦੀ ਪੱਟੀ 'ਤੇ ਰਾਮ ਰਾਮ ਹੀ ਲਿਖ, ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ, ਮੋਕੋ ਕਹਾਂ ਪੜ੍ਹਾਵੋ ਆਲ ਜਾਲ। ਫਿਰ ਉਹਨਾਂ ਨੂੰ ਰੱਖਿਆ ਗਿਆ ਵੀ ਜਿਵੇਂ ਬੱਚਾ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਹਨੇਰੇ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਵੀ ਹਨੇਰੇ ਦੇ ਵਿੱਚ ਆਪੇ ਡਰੇਗਾ। ਹੁਣ ਜਿਹਦੀ ਅੰਦਰੋਂ ਮਾਲਕ ਦੇ ਨਾਲ ਲੈਵਲ ਲੱਗੀ ਹੈ, ਉਹਨੂੰ ਹਨੇਰਾ ਕੀ ਕਰਦਾ, ਉਹਨੂੰ ਤਾਂ ਅੰਦਰੋਂ ਹੀ ਪ੍ਰਕਾਸ਼ ਹੀ ਪ੍ਰਕਾਸ਼, ਉਹ ਨਹੀਂ ਡਰੇ। ਫਿਰ ਉੱਪਰੋਂ ਪਹਾੜ ਤੋਂ ਸਿੱਟਣ ਦੀ ਕੋਸ਼ਿਸ਼ ਕੀਤੀ ਗਈ ਵੀ ਇਹਨਾਂ ਨੂੰ ਡਰਾਇਆ ਜਾਵੇ, ਉਹ ਨਹੀਂ ਡਰੇ, ਕਿਉਂਕਿ ਜਿਹੜੇ ਮਾਲਕ ਨਿਰਭਉ ਨੂੰ ਜਪਦੇ ਉਹਨਾਂ ਨੂੰ ਕਿਸੇ ਦਾ ਹੋਰ ਭੈ ਨਹੀਂ ਰਹਿੰਦਾ। ਨਿਰਭਉ ਜਪੇ ਸਗਲ ਭਉ ਮਿਟੇ, ਕਿਸੇ ਦਾ ਭੈ ਨਹੀਂ, ਕੋਈ ਡਰ ਨਹੀਂ, ਕਿਉਂਕਿ ਉਹਨਾਂ ਨੂੰ ਭਰੋਸਾ ਹੁੰਦਾ ਪਰਮਾਤਮਾ 'ਤੇ ਵੀ ਜਵਾਨ ਵਾਲਾ ਅਤੇ ਮਾਰਨ ਵਾਲਾ ਪਰਮਾਤਮਾ ਕਿਸੇ ਬੰਦੇ ਦੇ ਵੱਸ ਨਹੀਂ। ਫਿਰ ਉਹਨਾਂ ਨੂੰ ਤਤੇ ਥੰਮ ਨਾਲ ਦੇ ਲਾਉਣ ਵਾਸਤੇ ਵੀ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਵੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤੀ। ਫਿਰ ਵੀ ਜਦੋਂ ਨਹੀਂ ਹਟੇ ਤੇ ਫਿਰ ਉਹਨਾਂ ਦੀ ਰੱਖਿਆ ਵਾਸਤੇ ਫਿਰ ਮਾਲਕ ਆਪ ਆਏ, ਭਗਤ ਦੇ ਪਿਆਰ ਦੇ ਵਿੱਚ, ਉਹਦੀ ਪ੍ਰੀਤ ਦੇ ਵਿੱਚ। ਜਿਸ ਨੂੰ ਮਾਰਿਆ ਹੀ ਫਿਰ ਦੱਸਦੇ, ਕਹਿੰਦੇ ਭਗਤ ਹੇਤ ਮਾਰਿਓ ਹਰਨਾਕਸ਼, ਨਰ ਸਿੰਘ ਰੂਪ ਹੋਏ ਦੇ ਧਰੇ, ਵੀ ਨਰ ਸਿੰਘ ਦਾ ਰੂਪ ਧਾਰਨ ਕਰਕੇ ਆਏ। ਫਿਰ ਵੀ ਜਿਹੜਾ ਧੜ ਸੀ ਉਹ ਹੋਰ ਸੀ ਤੇ ਜਿਹੜਾ ਸਿਰ ਸੀ ਉਹ ਹੋਰ ਸੀ।
ਫਿਰ ਜਦੋਂ ਆ ਕੇ ਹਰਨਾਕਸ਼ ਨੂੰ ਫਿਰ ਮਾਲਕ ਨੇ ਨੌਹਾਂ ਦੇ ਨਾਲ ਹੀ ਉਹਨੂੰ ਪਾੜ ਸੁੱਟੀ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਫਿਰ ਉਹ ਭਗਤ ਦੀ ਰੱਖਿਆ ਵਾਸਤੇ ਆਏ ਆ ਵੀ। ਅਤੇ ਉਧਰੋਂ ਉਹਨੇ ਜਿਹੜੇ ਵਰ ਲਏ ਹੋਏ ਸੀ ਵੀ ਨਾ ਮੈਂ ਧਰਤੀ 'ਤੇ ਮਰਾਂ ਨਾ ਮੈਂ ਅਸਮਾਨ ਦੇ ਵਿੱਚ ਮਰਾਂ, ਉਹ ਫਿਰ ਮਾਲਕ ਜਦੋਂ ਨਰਸਿੰਘ ਦਾ ਰੂਪ ਧਾਰਨ ਕਰਕੇ ਫਿਰ ਉਹਨੂੰ ਉੱਪਰ ਚੁੱਕ ਲਿਆ, ਨਾ ਉਹਨੂੰ ਦੇਖ ਵੀ ਨਾ ਧਰਤੀ 'ਤੇ ਨਾ ਅਸਮਾਨ ਦੇ ਵਿੱਚ। ਫਿਰ ਉਹਨੂੰ ਜੋ ਡਰ ਸੀ ਵੀ ਨਾ ਮੈਂ ਕਿਸੇ ਸ਼ਸਤਰ ਨਾਲ ਮਰਾਂ, ਅਤੇ ਉਹਨੇ ਕਿਹਾ ਵੀ ਸ਼ਸਤਰ ਵੀ ਕੋਈ ਨਹੀਂ। ਫਿਰ ਉਹਨੂੰ ਨੌਹਾਂ ਦੇ ਨਾਲ ਹੀ ਹੱਥ ਦੇ ਨਾਲ ਹੀ ਪਾੜਤਾ। ਸੋ ਇਸ ਤਰ੍ਹਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਵੀ ਜਦੋਂ ਸਾਨੂੰ ਮਾਲਕ 'ਤੇ ਭਰੋਸਾ ਆ ਗਿਆ, ਪ੍ਰਤੀਤ ਆ ਗਈ, ਅਤੇ ਇਹ ਸਾਰਾ ਖੇਲ ਭਰੋਸੇ 'ਚ। ਅਤੇ ਮਹਾਰਾਜ ਕਹਿੰਦੇ ਵੀ ਮੇਰਾ ਆਪਣਾ ਹੀ ਖੇਲ। ਸੋ ਇਸ ਵਾਸਤੇ ਫਿਰ ਗੁਰਬਾਣੀ ਗੁਰੂ ਆਪਾਂ ਨੂੰ ਭਰੋਸਾ ਦਿਵਾਉਂਦੇ ਵੀ ਜਿਹਨੇ ਸਾਨੂੰ ਪੈਦਾ ਕੀਤਾ ਮਾਲਕ ਨੇ, ਵੀ ਉਹ ਮਾਲਕ ਸਾਤੋਂ ਕੋਈ ਦੂਰ ਨਹੀਂ ਹੈ, ਸਾਡੇ ਅੰਦਰ ਬਾਹਰ ਉਹੀ ਉਹ ਮੌਜੂਦ ਹੈ। ਵੀ ਸਿਰਫ ਅਸੀਂ ਭਰਮ ਦੇ ਵਿੱਚ ਪਏ ਹੋਣ ਕਰਕੇ ਅਸੀਂ ਰੱਬ ਨੂੰ ਦੂਰ ਸਮਝਦੇ। ਇਹ ਆਪਾਂ ਨੂੰ ਕਹਿੰਦੇ ਵੀ ਸਾਡੇ ਹੱਥ ਵੀ ਦੂਰ ਨੇ, ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵਸ। ਕਹੇ ਰਵਿਦਾਸ ਹੱਥ ਪੈਰ ਨੇੜੇ, ਵੀ ਇਹ ਸਾਡੇ ਹੱਥ ਵੀ ਦੂਰ ਅਤੇ ਉਹ ਹੱਥਾਂ ਤੋਂ ਵੀ ਨੇੜੇ। ਅਤੇ ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੰਨਾ ਨੇੜੇ ਹੈ ਵੀ ਉਹਨੂੰ ਦੂਰ ਨਾ ਜਾਣੋ। ਨੈਗੇਟਿਵ ਵਸੇ ਨਾ ਹੀ ਹਰ ਦੂਰੇ, ਵੀ ਉਹ ਸਾਡੇ ਨੇੜੇ ਵਸਦਾ, ਸਦਾ ਹੀ ਸਾਡੇ ਅੰਗ ਸੰਗ ਹੈ। ਸਦਾ ਅੰਗ ਸੰਗੇ ਅਭੰਗੰ ਬੈਭੂਤੇ, ਵੀ ਜਦ ਤੱਕ ਮਾਲਕ ਸਾਨੂੰ ਇੱਧਰ ਸਵਾਸ ਦਿੱਤੇ ਵੀ ਉਹ ਸਾਡੇ ਸਵਾਸ ਨਹੀਂ ਕੱਢਦਾ, ਸਾਨੂੰ ਕੋਈ ਇੱਥੋਂ ਸੰਸਾਰ ਦੇ ਵਿੱਚੋਂ ਮਾਰਨ ਨਹੀਂ ਲੱਗੇ। ਅਤੇ ਜਦੋਂ ਸਾਡਾ ਸਮਾਂ ਪੂਰਾ ਹੋ ਗਿਆ ਫਿਰ ਵਿਧ ਬਣਨੀ, ਫਿਰ ਕੋਈ ਰੱਖ ਨਹੀਂ ਸਕਦਾ। ਜਦੋਂ ਸਾਨੂੰ ਆਉਂਦਿਆਂ ਨੇ ਨਹੀਂ ਕਿਸੇ ਨੇ ਰੋਕਿਆ ਅਤੇ ਸਾਨੂੰ ਜਾਂਦਿਆਂ ਨੂੰ ਵੀ ਨਹੀਂ ਕੋਈ ਰੋਕ ਸਕਦਾ। ਜਦੋਂ ਹੁਣ ਸੰਸਾਰ 'ਚ ਆਪਾਂ ਨੂੰ ਭੇਜਿਆ ਜਾਂਦਾ, ਆਪਾਂ ਨੂੰ ਮਾਲਕ ਨੇ ਭੇਜਿਆ, ਉਹਦੇ ਭੇਜੇ ਹੋਏ ਆਪਾਂ ਆਏ। ਹੁਣ ਜਦੋਂ ਉਹਨੇ ਵਾਪਸ ਬੁਲਾਉਣਾ ਅਤੇ ਜਾਣਾ ਹੀ ਪੈਣਾ, ਕੋਈ ਸਾਨੂੰ ਰੱਖ ਨਹੀਂ ਸਕਦਾ ਇੱਥੇ। ਮਹਾਰਾਜ ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰਾ ਮੇਰਾ ਆਪਣਾ ਖੇਲ ਹੈ, ਵੀ ਮੈਂਹੀਓ ਭੇਜਦਾ ਅਤੇ ਮੈਂਹੀਓ ਵਾਪਸ ਬੁਲਾਉਂਦਾ। ਅਤੇ ਇਹ ਖੇਲ ਨੂੰ ਤੁਸੀਂ ਸਮਝੋ ਵੀ ਤੁਹਾਨੂੰ ਕਿਹਨੇ ਭੇਜਿਆ। ਹੁਣ ਆਪਾਂ ਜਦੋਂ ਸੰਗਤ ਕਰਦੇ ਇਹੀਓ ਤਾਂ ਆਪਾਂ ਸਮਝਣਾ ਨਾ ਵੀ ਸਾਨੂੰ ਕਿਹਨੇ ਭੇਜਿਆ ਸੰਸਾਰ ਦੇ ਵਿੱਚ, ਅਸੀਂ ਕਿਹਦੇ ਭੇਜੇ ਹੋਏ ਆਏ। ਜਿਹਨੇ ਸਾਨੂੰ ਭੇਜਿਆ ਅਸੀਂ ਉਹਦੇ ਨਾਲ ਜੁੜਨਾ, ਉਹਦੀ ਪਹਿਚਾਣ ਕਰਨੀ। ਜਿਵੇਂ ਸੰਸਾਰ ਦੇ ਵਿੱਚ ਭਗਤ ਜਨ ਆਉਂਦੇ, ਸੰਤ ਸਾਧੂ ਆਉਂਦੇ, ਗੁਰੂ ਸਾਹਿਬ ਆਏ। ਹੁਣ ਉਹ ਜਦੋਂ ਆਉਂਦੇ ਗੁਰਮੁਖ, ਉਹ ਸਾਨੂੰ ਇੱਥੇ ਆ ਕੇ ਉਹਦਾ ਭੇਜ ਦਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ। ਜਿਵੇਂ ਗੁਰੂ ਨਾਨਕ ਪਾਤਸ਼ਾਹ ਆਏ, 10 ਪਾਤਸ਼ਾਹੀਆਂ ਆਈਆਂ। ਹੁਣ ਉਹਨਾਂ ਨੇ ਫਿਰ ਆਪਾਂ ਨੂੰ ਆ ਕੇ ਉਹਦੇ ਨਾਲ ਜੋੜਿਆ ਵੀ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ, ਮਾਲਕ ਵਾਹਿਗੁਰੂ ਨੇ ਉਹਨਾਂ ਨੂੰ ਭੇਜਿਆ ਵੀ ਤੁਸੀਂ ਜਾਓ, ਜਾ ਕੇ ਸੰਸਾਰ ਦੇ ਵਿੱਚ ਮੇਰਾ ਭੇਦ ਦਿਓ, ਜੀਵਨ ਸਮਝਾਓ ਵੀ ਇਹ ਮੇਰਾ ਆਪਣਾ ਖੇਲ ਹੈ। ਹੁਣ ਉਹ ਆਪਾਂ ਨੂੰ ਫਿਰ ਸਮਝਾਉਣ ਵਾਸਤੇ ਆਏ ਅਤੇ ਉਹਨਾਂ ਨੇ ਸਮਝਾਇਆ। ਹੁਣ ਫਿਰ ਵਿਰਲੇ ਜੀਵਾਂ ਨੂੰ ਸਮਝ ਲੱਗਦੀ ਅਤੇ ਫਿਰ ਸਾਨੂੰ ਲਿਖਤੀ ਰੂਪ ਵਿੱਚ ਦਿੱਤਾ ਵੀ ਤਾਂ ਕਿ ਜਦੋਂ ਇਹ ਗੁਰਬਾਣੀ ਗੁਰੂ ਨੂੰ ਪੜ੍ਹਨਗੇ, ਵਾਰ ਪੜ੍ਹਨਗੇ, ਇਹਨਾਂ ਨੂੰ ਸਮਝ ਲੱਗ ਜੇ ਵੀ ਬਈ ਕੀ ਸਮਝਾਉਣਾ ਚਾਹੁੰਦੇ ਇਹਨਾਂ ਨੂੰ। ਵੀ ਇਹ ਫਿਰ ਸਮਝ ਜਾਣਗੇ ਵੀ ਅਸੀਂ ਇਸ ਲੋਕ ਦੇ ਵਾਸੀ ਨਹੀਂ, ਆਪਾਂ ਇੱਥੇ ਦੇ ਨਹੀਂ ਰਹਿਣ ਵਾਲੇ, ਆਪਾਂ ਰਹਿਣ ਵਾਲੇ ਹਾਂ ਪਰਲੋਕ ਦੇ, ਜਿੱਥੋਂ ਮਾਲਕ ਨੇ ਸਾਨੂੰ ਭੇਜਿਆ ਇਸ ਲੋਕ ਦੇ ਵਿੱਚ ਕੁਝ ਸਮਾਂ ਖੇਲਣ ਵਾਸਤੇ। ਅਤੇ ਰੋਜ਼ ਦਾ ਖੇਲ, ਦਿਨੇ ਆਪਾਂ ਆਉਂਦੇ
ਤੇ ਰਾਤ ਨੂੰ ਇੱਥੋਂ ਅਸੀਂ ਵਾਪਸ ਮੁੜ ਜਾਣਾ ਆਪਦੇ ਦੇਸ਼। ਜੇ ਹੁਣ ਅਸੀਂ ਇਹ ਖੇਲ ਸਮਝ ਜਾਈਏ ਵੀ ਅਸੀਂ ਆਏ ਤੇ ਆ ਕੇ ਇੱਥੋਂ ਵਾਪਸ ਜਾਣਾ, ਤੇ ਫਿਰ ਸਾਡਾ ਲੜਾਈ ਝਗੜਾ ਕਾਹਦਾ, ਫਿਰ ਕਾਹਦਾ ਵੈਰ ਵਿਰੋਧ, ਕਾਹਦੇ ਨਾਲ, ਕਾਹਦੇ ਵਾਸਤੇ ਲੜਨਾ, ਕਿਉਂਕਿ ਇੱਥੇ ਕੋਈ ਚੀਜ਼ ਸਾਡੀ ਨਹੀਂ, ਇੱਥੋਂ ਆਪਾਂ ਕੁਝ ਨਾਲ ਨਹੀਂ ਲੈ ਕੇ ਜਾ ਸਕਦੇ। ਤੇ ਜਦੋਂ ਅਸੀਂ ਜਿਹੜੀ ਚੀਜ਼ ਇੱਥੋਂ ਨਾਲ ਹੀ ਨਹੀਂ ਲਿਜਾ ਸਕਦੇ ਤੇ ਉਹਦੇ ਵਾਸਤੇ ਕਾਹਦੇ ਲਈ ਲੜਨਾ। ਸੋ ਇਸ ਵਾਸਤੇ ਫਿਰ ਜੇ ਅਸੀਂ ਇਹ ਖੇਲ ਨੂੰ ਸਮਝ ਜਾਵਾਂਗੇ, ਸਾਡੇ ਲੜਾਈਆਂ ਝਗੜੇ ਵੈਰ ਵਿਰੋਧ ਇਹ ਸਭ ਖਤਮ ਹੋ ਜਾਂਦਾ। ਇਹ ਸਭ ਕੁਝ ਵੈਰ ਵਿਰੋਧ ਲੜਾਈਆਂ ਝਗੜੇ ਉਦੋਂ ਹੀ ਨੇ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਮੰਨਦੇ। ਜਦੋਂ ਅਸੀਂ ਇਹਨਾਂ ਦਾ ਕਹਿਣਾ ਨਹੀਂ ਮੰਨਦੇ, ਫਿਰ ਲੜਾਈਆਂ ਝਗੜੇ, ਫਿਰ ਵੈਰ ਵਿਰੋਧ, ਫਿਰ ਈਰਖਾ ਨਫ਼ਰਤ। ਜੇ ਅਸੀਂ ਇਹਨਾਂ ਦੇ ਆਖੇ ਲਾ ਕੇ ਇਹਨਾਂ ਦਾ ਵਚਨ ਮੰਨ ਲਈਏ ਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਖੇਲ ਹੈ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਵੀ ਤੁਸੀਂ ਇਸ ਲੋਕ ਦੇ ਵਾਸੀ ਨਹੀਂ, ਸਵੇਰੇ ਆਏ ਹੋ ਤੇ ਰਾਤ ਨੂੰ ਵਾਪਸ ਜਾਣਾ, ਤੇ ਇੱਥੋਂ ਕੁਝ ਨਾਲ ਨਹੀਂ ਲਿਜਾ ਸਕਦੇ। ਫਿਰ ਤੁਸੀਂ ਉਹ ਧਨ ਇਕੱਠਾ ਕਰੋ, ਉਹ ਕਮਾਈ ਕਰੋ ਵੀ ਜਿਹੜੀ ਤੁਸੀਂ ਇੱਥੋਂ ਨਾਲ ਲਿਜਾ ਸਕਦੇ। ਫਿਰ ਅਸੀਂ ਉਹ ਧਨ ਨੂੰ ਜ਼ਿਆਦਾ ਅਹਿਮੀਅਤ ਦੇਵਾਂਗੇ। ਉਹ ਹੈ ਨਾਮ ਧਨ। ਫਿਰ ਅਸੀਂ ਨਾਮ ਨੂੰ ਜ਼ਿਆਦਾ ਤਰਜੀਹ ਦਿੰਦੇ, ਫਿਰ ਉਹਨੂੰ ਅਹਿਮੀਅਤ ਦਿੰਦੇ ਵੀ ਜਿਹੜਾ ਧਨ ਅਸੀਂ ਨਾਲ ਲਿਜਾ ਸਕੀਏ ਅਸੀਂ ਉਹਦੀ ਕਮਾਈ ਕਰੀਏ। ਇਹੋ ਮਾਰੇ ਸਮਝਾਉਂਦੇ ਵੀ ਬਾਕੀ ਨਾਮ ਧਨ ਤੋਂ ਬਿਨਾਂ ਹੋਰ ਸਭ ਵਿਖ ਜਾਣ, ਵੀ ਇਹ ਧਨ ਜਿਹੜਾ ਕੋਈ ਇੱਥੋਂ ਸੰਸਾਰ 'ਚੋਂ ਨਾਲ ਨਹੀਂ ਜਾਂਦਾ। ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਵੀ ਹੋਰ ਸਾਰਾ ਵਿਖਿਆ ਯਾਰ, ਇਹਨੇ ਸਾਡੇ ਨਾਲ ਨਹੀਂ ਚੱਲਣਾ, ਚੱਲਦੇ ਆਉਂਦੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਵੀ ਜਿਹਨੇ ਸਾਡੀ ਸਾਰ ਲੈਣੀ, ਜਿਹਨੇ ਚੱਲਦਿਆਂ ਦੇ ਨਾਲ ਸਾਡੇ ਚੱਲਣਾ, ਉਹ ਹੈ ਨਾਮ ਧਨ। ਸੋ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਦੋ ਧਨ ਨੇ, ਇੱਕ ਸਾਡੇ ਮਨ ਵਾਸਤੇ, ਇੱਕ ਤਨ ਵਾਸਤੇ। ਹੁਣ ਇਹ ਤਨ ਵਾਸਤੇ ਆਪਾਂ ਤਾਂ ਇਕੱਠਾ ਕਰਦੇ ਹਾਂ ਵੀ ਸਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ। ਇਹ ਜਿਵੇਂ ਅਸੀਂ ਤਨ ਵਾਸਤੇ ਕਰਦੇ ਹਾਂ, ਉਵੇਂ ਸਾਨੂੰ ਮਨ ਵਾਸਤੇ ਵੀ ਚਾਹੀਦਾ ਨਾਮ ਧਨ। ਮਹਾਰਾਜ ਕਹਿੰਦੇ ਵੀ ਇਹ ਦੋ ਧਨ ਨੇ, ਬਈ ਸਾਡੀ ਇੱਜ਼ਤ ਪੱਤ ਫੇਰ ਹੀ ਰਹਿ ਸਕਦੀ ਜੇ ਦੋਵੇਂ ਹੀ ਸਾਡੇ ਕੋਲ ਹੋਣਗੇ। ਜਿਵੇਂ ਆਪਾਂ ਸੰਸਾਰ 'ਚ ਕਹਿੰਦੇ ਹਾਂ ਵੀ ਜੇ ਸਾਡੇ ਕੋਲ ਨਹੀਂ ਤੇ ਸਾਡੀ ਇੱਜ਼ਤ ਨਹੀਂ ਰਹਿੰਦੀ, ਕਿਸੇ ਤੋਂ ਸਾਨੂੰ ਮੰਗਣਾ ਪਵੇ ਤੇ ਅਸੀਂ ਕਹਿੰਦੇ ਹਾਂ ਵੀ ਇੱਜ਼ਤ ਖਰਾਬ ਹੁੰਦੀ। ਔਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਜੇ ਤੁਹਾਡੇ ਕੋਲ ਨਾਮ ਧਨ ਨਹੀਂ ਹੋਏਗਾ ਤੇ ਤੁਹਾਨੂੰ ਬੇਇੱਜ਼ਤ ਕੀਤਾ ਜਾਏ। ਮੇਰੀ ਇਸ ਲਈ ਫਰਮਾਉਂਦੇ ਸ਼ਰਮ ਧਰਮ ਦੋਏ ਨਾਨਕ ਜੇ ਧਨ ਪੱਲੇ ਪਾਏ, ਵੀ ਸਾਡੀ ਸ਼ਰਮ ਤੇ ਧਰਮ ਦੋਵੇਂ ਫੇਰ ਹੀ ਕਾਇਮ ਰਹਿ ਸਕਦੇ ਜੇ ਸਾਡੇ ਕੋਲ ਦੋਵੇਂ ਧਨ ਹੋਣਗੇ। ਵੀ ਨਾਮ ਧਨ ਹੈ ਜਿਹੜਾ ਉਹ ਸਾਡੇ ਮਨ ਵਾਸਤੇ, ਤੇ ਦੁਨਿਆਵੀ ਧਨ ਹੈ ਤਨ ਵਾਸਤੇ। ਫਿਰ ਸਾਨੂੰ ਕਹਿੰਦੇ ਵੀ ਉਹ ਧਨ ਨੂੰ ਆਪਦਾ ਮਿੱਤਰ ਨਾ ਸਮਝਿਓ, ਵੀ ਜਿਹੜਾ ਸਾਡੇ ਕੋਲ ਧਨ ਇਕੱਠਾ ਕੀਤਾ ਤਾਂ ਹੋਵੇ, ਪਰ ਫਿਰ ਵੀ ਸਾਨੂੰ ਜਮਾਂ ਦੀ ਮਾਰ ਸਹਿਣੀ ਪਵੇ, ਜਮ ਸਾਡੇ ਸਿਰ 'ਚ ਡੰਡੇ ਮਾਰਨ, ਉਹ ਸਾਨੂੰ ਬੇਇੱਜ਼ਤ ਬੇਪੱਤ ਕਰਕੇ ਲੈ ਕੇ ਜਾਣ, ਫਿਰ ਉਹ ਧਨ ਨੂੰ ਮਿੱਤਰ ਨਾ ਸਮਝਿਓ। ਸੋ ਧਨ ਮਿੱਤਰ ਨਾ ਕਾਢੀਏ ਜਿਤ ਸਿਰ ਚੋਟਾਂ ਖਾਏ, ਵੀ ਉਹ ਧਨ ਨੂੰ ਆਪਦਾ ਮਿੱਤਰ ਨਾ ਬਣਾਇਓ ਜਿਹੜਾ ਸਾਡੇ ਕੋਲ ਹੁੰਦੇ ਹੋਏ ਵੀ ਸਾਨੂੰ ਜਮਾਂ ਦੀ ਮਾਰ ਸਹਿਣੀ ਪਵੇ। ਫਿਰ ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਧਨ ਨੂੰ ਜ਼ਿਆਦਾ ਅਹਿਮੀਅਤ ਦਿਓ ਜਿਹੜਾ ਸਾਡੇ ਨਾਲ ਚੱਲਦਿਆਂ ਦੇ ਨਾਲ ਚੱਲਣਾ ਹੈ, ਉਹ ਹੈ ਨਾਮ ਧਨ। ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਤੇ ਜਦੋਂ ਅਸੀਂ ਦੇਹ ਛੱਡਾਂਗੇ ਉੱਥੇ ਵੀ ਸਾਡੇ ਨਾਲ ਚੱਲ। ਉਸ ਨਾਮ ਨੂੰ ਹੀ ਫਿਰ ਗੁਰਮੁਖਾਂ ਨੇ ਸੱਜਣ ਆਖਿਆ, ਵੀ ਸਾਡਾ ਜਿਹੜਾ ਸੱਜਣ ਉਹ ਸ਼ਬਦ ਹੈ ਨਾਮ,
ਜਿਹਨੇ ਚੱਲਦਿਆਂ ਦੇ ਨਾਲ ਸਾਡੇ ਚੱਲਣਾ। ਅਤੇ ਜਿੱਥੇ ਸਾਡੇ ਮਨ ਤੋਂ ਲਿਖਾ ਲਿਆ ਜੰਤ ਧਰਮ ਰਾਏ ਜਦੋਂ ਪੁੱਛਦਾ ਹਿਸਾਬ ਕਿਤਾਬ ਵੀ ਲਿਆਓ, ਫਿਰ ਉਹ ਸੱਜਣ ਉੱਥੇ ਵੀ ਸਾਡੇ ਨਾਲ ਖੜਾ ਹੁੰਦਾ। ਉਹ ਸੱਜਣ ਸਾਨੂੰ ਉੱਥੇ ਵੀ ਛੱਡਦਾ ਨਹੀਂ। ਮਹਾਰਾਜ ਤਾਂਹੀਓ ਫਰਮਾਉਂਦੇ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਵੀ ਸਾਡਾ ਤਾਂ ਸੱਜਣ ਉਹ ਹੈ ਜਿਹੜਾ ਚੱਲਦਿਆਂ ਦੇ ਸਾਡੇ ਨਾਲ ਚੱਲਦਾ। ਜਿਹੜੇ ਸੱਜਣਾਂ ਨੇ ਸਾਡਾ ਸਾਥ ਹੀ ਛੱਡ ਜਾਣਾ, ਔਖੀ ਘੜੀ 'ਚ ਕੰਮ ਹੀ ਨਹੀਂ ਆਉਣਾ, ਅਤੇ ਉਹ ਆਪਣੇ ਕਾਹਦੇ ਸੱਜਣ। ਸੋ ਤਾਂਹੀਓ ਮਹਾਰਾਜ ਕਹਿੰਦੇ ਵੀ ਮੈਂ ਹੋਰ ਬਥੇਰੇ ਸੰਸਾਰ ਦੇ ਵਿੱਚ ਮਿੱਤਰ ਬਣਾ ਕੇ ਦੇਖੇ, ਪਰ ਸਾਡੇ ਮਨ ਦਾ ਦੁੱਖ ਨਾ ਘਟੇ। ਮਨ ਦੇ ਜਿਹੜੇ ਰੋਗ ਸੀ ਉਹ ਰੋਗ ਨਾ ਖਤਮ ਹੋਏ। ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਘਾਟੇ ਕੋਈ, ਵੀ ਮੇਰਾ ਕੋਈ ਦੁੱਖ ਤਾਂ ਘਟੇ। ਮੈਂ ਬਥੇਰੇ ਘਨੇਰੇ ਮਿੱਤਰ ਕੀਤੇ, ਪਰ ਕਿਸੇ ਨੇ ਕੋਈ ਦੁੱਖ ਨਾ ਘਟਿਆ। ਅਤੇ ਜਦੋਂ ਪ੍ਰੀਤਮ ਮਾਲਕ ਦੇ ਨਾਲ ਮਿਲਾਪ ਕਰ ਲਿਆ, ਸ਼ਬਦ ਦੁਆਰਾ ਸਾਰੇ ਦੁੱਖ ਕੱਟੇ ਗਏ। ਜਦੋਂ ਸ਼ਬਦ ਨੂੰ ਆਪਦਾ ਸੱਜਣ ਬਣਾ ਲਿਆ, ਮਹਾਰਾਜ ਕਹਿੰਦੇ ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਈ। ਸ਼ਬਦ ਦੇ ਨਾਲ ਅਸੀਂ ਮਾਲਕ ਨਾਲ ਮਿਲਾਪ ਕੀਤਾ ਅਤੇ ਉਹ ਸ਼ਬਦ ਹੀ ਸੱਜਣ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸ਼ਬਦ ਜਿਹੜਾ ਨਾਮ, ਉਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ, ਇੱਥੇ ਵੀ ਸਾਡੇ ਨਾਲ ਹੈ। ਜਦੋਂ ਅਸੀਂ ਦੇਹ ਛੱਡਾਂਗੇ, ਉਹ ਸ਼ਬਦ ਉੱਥੇ ਵੀ ਨਾਲ ਚੱਲਦਾ। ਅਤੇ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਸ਼ਬਦ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ, ਵੀ ਉਹਨੂੰ ਆਪਦਾ ਸੱਜਣ ਮਿੱਤਰ ਬਣਾਓ। ਵੀ ਉਹ ਨਾਮ ਹੀ ਸਾਡਾ ਟੇਕ, ਸਾਡਾ ਆਸਰਾ। ਜਿਵੇਂ ਮਹਾਰਾਜ ਕਹਿੰਦੇ ਵੀ ਜੀਵ ਆਪਾਂ ਦੇਖਦੇ ਹਾਂ ਵੀ ਕੋਈ ਜਿਹਨੂੰ ਨਹੀਂ ਦਿਸਦਾ, ਨੇਤਰਹੀਣ, ਉਹ ਫਿਰ ਡੰਗੋਰੀ ਦਾ, ਸੋਟੀ ਦਾ ਆਸਰਾ ਲੈ ਕੇ ਚੱਲਦਾ, ਉਹਦੀ ਟੇਕ। ਹੁਣ ਸਾਡੇ ਮਨ ਦੀ ਟੇਕ ਕੀ ਹੈ? ਨਾਮ ਆਸਰਾ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਰ। ਵੀ ਸਾਡੀ ਅੰਨਿਆਂ ਦੀ ਜਿਹੜੀ ਟੇਕ ਉਹ ਤੇਰਾ ਨਾਮ ਹੈ, ਉਹ ਸਾਡਾ ਆਸਰਾ। ਉਹ ਨਾਮ ਦਾ ਆਸਰਾ ਲੈ ਕੇ ਅਸੀਂ ਚੱਲਦੇ ਹਾਂ। ਜਦੋਂ ਚੱਲਾਂਗੇ ਅਤੇ ਫਿਰ ਅਸੀਂ ਡਿੱਗਾਂਗੇ ਨਹੀਂ। ਜੇ ਸਾਡਾ ਆਸਰਾ ਹੀ ਨਾਮ ਨਹੀਂ, ਅਤੇ ਫਿਰ ਤਾਂ ਅਸੀਂ ਡਿੱਗਾਂਗੇ ਹੀ ਡਿੱਗਾਂਗੇ। ਜੇ ਹੁਣ ਅਸੀਂ ਟੇਕ ਹੀ ਕਿਸੇ ਦੂਜੇ ਦੀ ਰੱਖੀਏ, ਮਨ ਕੀ ਟੇਕ ਵਿਰਥੀ ਸਭ ਜਾਣ, ਦੇਵਨ ਕੋ ਏਕ ਹੀ ਭਗਵਾਨ। ਤਾਂਹੀਓ ਕਹਿੰਦੇ ਵੀ ਹੋਰ ਟੇਕ, ਹੋਰ ਆਸਰੇ ਝੂਠੇ। ਵੀ ਜਿਹੜੀ ਟੇਕ ਉਹ ਮਾਲਕ ਦੀ ਰੱਖੋ, ਸ਼ਬਦ ਦੀ ਟੇਕ ਰੱਖੋ, ਅਤੇ ਫਿਰ ਅਸੀਂ ਡਿੱਗਾਂਗੇ ਨਹੀਂ ਭਵ ਸਾਗਰ ਦੇ ਵਿੱਚ। ਫਿਰ ਅਸੀਂ ਇਹ ਭਵ ਸਾਗਰ ਤੋਂ ਪਾਰ ਲੰਘ ਜਾਂਗੇ ਅਤੇ ਆਪਦੇ ਦੇਸ਼ ਜਾ ਵੜਾਂਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਤੁਸੀਂ ਇਹ ਸਿੱਖੋ, ਸ਼ਬਦ ਦੇ ਨਾਲ ਇਵੇਂ ਸਾਡੀ ਸੁਰਤੀ ਦਾ ਮਿਲਾਪ ਹੋਣਾ। ਜਦ ਤੱਕ ਸਾਡਾ ਇਹ ਸ਼ਬਦ ਸੁਰਤੀ ਦਾ ਖੇਲ ਨਹੀਂ ਚੱਲਦਾ, ਉਹਨਾਂ ਸਮਾਂ ਅਸੀਂ ਆਉਣ ਜਾਣ ਦੇ ਚੱਕਰ ਦੇ ਵਿੱਚ। ਤਾਂਹੀਓ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ, ਉਹਨੂੰ ਨਹੀਂ ਪਤਾ ਸ਼ਬਦ ਦਾ, ਉਹਨੂੰ ਨਹੀਂ ਪਤਾ ਨਾਮ ਦਾ। ਇਹ ਮਹਾਰਾਜ ਕਹਿੰਦੇ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਏ, ਸ਼ਬਦ ਸੁਰਤ ਬਣਾਈਏ ਜਾਈਏ। ਵੀ ਜਿਹੜਾ ਸਾਕਤ ਮਨਮੁਖ ਜੀਵ ਹੈ, ਉਹਦੀ ਸੁਰਤੀ ਸ਼ਬਦ ਦੇ ਨਾਲ ਨਹੀਂ ਜੁੜਦੀ। ਉਹਨੂੰ ਨਹੀਂ ਪਤਾ ਸ਼ਬਦ ਦਾ, ਵੀ ਸ਼ਬਦ ਕੀ ਹੈ, ਨਾਮ ਕੀ ਹੈ। ਜਦ ਤੱਕ ਹੁਣ ਸਾਡੀ ਸੁਰਤੀ ਉਹ ਸ਼ਬਦ ਦੇ ਨਾਲ ਨਹੀਂ ਜੁੜੇਗੀ, ਅਤੇ ਮਹਾਰਾਜ ਕਹਿੰਦੇ ਸ਼ਬਦ ਸੁਰਤ ਬਣਾਈਏ ਜਾਈਏ। ਵੀ ਸਾਡਾ ਆਉਣ ਜਾਣ ਬਣਿਆ ਰਹਿਣਾ, ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਆਵਾਂਗੇ। ਔਰ ਇਸ ਵਾਸਤੇ ਸਾਡੀ ਸੁਰਤੀ ਨੇ ਸ਼ਬਦ ਦਾ ਚੇਲਾ ਬਣਨਾ, ਸਾਡੇ ਮਨ ਨੇ। ਵੀ ਸਾਡਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਵੀ ਸਾਡੀ ਜਿਹੜੀ ਸੁਰਤੀ, ਮਨ ਨੂੰ ਹੀ ਸੁਰਤੀ ਕਹਿੰਦੇ। ਹੁਣ ਸਾਡੇ ਮਨ ਨੇ ਉਹ ਸ਼ਬਦ ਗੁਰੂ ਦਾ ਚੇਲਾ ਬਣਨਾ। ਜਦੋਂ ਅਸੀਂ ਸ਼ਬਦ ਗੁਰੂ ਦੇ ਚੇਲੇ ਬਣ ਗਏ,
फिर कहते गुरु वाले ने। महाराज कहते कदों गुरु वाले बने समझियो जदों साडा इस शरीर दे नालों मोह टुट जांदा, जदों असीं इस शरीर नूं छड्ड दिंदे ते हर एक सोग खुशी गमी तो साडा मन उपर उठ जांदा संसार दियां। उदों फिर महाराज कहते गुर लागा तब जाणीए तजे मोह तंताप, हरख सोग दाजे नहीं तब हर आपे आप। भी कदों इनू गुरु नाल लग्या समझियो बई जदों इधर माया दा माया कहते इस शरीर नूं, इहो शरीर सा मूल है माया, तजे मोह तंताप। भी ये जिहड़ा मोह ते तईया ताप इनू चढ़दा इन्हां नूं छड्ड दिंदा ते उदों समझो गुरु नाल लग गई। हौड़े गुरु दे नाल जुड़न वास्ते आप ही सिमरन करते हैं, जिहड़ा ही सिमरन करते हैं इस करके भी असीं वो शब्द गुरु तक पहुँच जाइए, नाम तक पहुँच जाइए। हुण नाम तक पहुँचण वास्ते जो महाराज आपां नूं सिमरन अभ्यास दसदे ने, आओ सारे गुरमुख प्यारे करो जी शुरू। वाहे गुरु 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 वाहे गुरु। वाहे गुरु 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 वाहे गुरु। वाहिगुरु जी का खालसा वाहिगुरु जी की फतेह। इस तरीके नाल गुरमुख प्यारे ये आपां
ਜਦੋਂ ਅਭਿਆਸ ਕਰਦੇ ਹਾਂ ਫਿਰ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ ਅਤੇ ਅਸੀਂ ਅੰਤਰਮੁਖੀ ਹੁੰਦੇ ਹਾਂ। ਫਿਰ ਆਪਣਾ ਮਨ ਉਹ ਸ਼ਬਦ ਗੁਰੂ ਦੀ ਸ਼ਰਨ ਦੇ ਵਿੱਚ ਜਾਂਦਾ ਜੋ ਸਾਡੇ ਅੰਦਰ ਸਾਰਿਆਂ ਦੇ ਨਾਮ ਚੱਲ ਰਹੇ, ਜਿਹਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ, ਅਤੇ ਫਿਰ ਅਸੀਂ ਉਹ ਸ਼ਬਦ ਗੁਰੂ ਨਾਲ ਜੁੜਨਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਵੀ ਕਿਵੇਂ ਖੇਲ ਚੱਲ, ਜੋ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਕਿਵੇਂ ਪਰਮਾਤਮਾ ਚਲਾ ਰਹੇ ਹੈ। ਜਿਵੇਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਵੀ ਕਿਵੇਂ ਜੀਵੇ ਖੇਤੀ ਕਰਦਾ, ਵੀ ਵਾਹੁੰਦਾ, ਫਿਰ ਬੀਜਦਾ ਕਣਕ, ਫਿਰ ਉਹਨੂੰ ਵੱਢਦਾ ਕੋਈ ਹੋਰ, ਫਿਰ ਉਹਨੂੰ ਭਰਦਾ ਕੋਈ ਹੋਰ ਅਤੇ ਖਾਂਦਾ ਕੋਈ ਹੋਰ। ਕਿਹਨੂੰ ਖਵਾਉਣਾ ਉਹ ਮਾਲਕ ਨੂੰ ਪਤਾ। ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਸ ਤਰ੍ਹਾਂ ਮਾਲਕ ਦਾ ਖੇਲ ਚੱਲਦਾ ਸਾਰਾ ਸ੍ਰਿਸ਼ਟੀ 'ਚ, ਚਲਾਉਣ ਵਾਲਾ ਉਹ ਆਪ ਹੀ। ਇਸ ਲਈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਕੋਈ ਵਾਹੇ, ਵੀ ਕੋਈ ਵਾਹੁੰਦਾ, ਕੋਈ ਵਾਹੇ ਕੋ ਲੁਣੇ, ਕੋ ਪਾਏ ਖਲਿਆਣ, ਨਾਨਕ ਏਵ ਨ ਜਾਪਈ, ਕੋਈ ਖਾਏ ਨਿਧਾਨ। ਵੀ ਕੋਈ ਵਾਹੁੰਦਾ, ਕੋਈ ਵੱਢਦਾ, ਕੋਈ ਭਰਦਾ, ਕਿਹਨੂੰ ਪਹੁੰਚਾਉਣਾ, ਕਿਹਨੂੰ ਖਵਾਉਣਾ, ਕਿਹਦੇ ਮੁੱਖ 'ਚ ਪਾਉਣਾ, ਉਹ ਸਭ ਮਾਲਕ ਨੂੰ ਪਤਾ। ਫਿਰ ਕਦੋਂ ਕੀ ਹੋਣਾ ਅਤੇ ਕਿਵੇਂ ਹੋਣਾ ਉਹ ਸਭ ਮਾਲਕ ਜਾਣਦਾ, ਆਪਣੇ ਵੱਸ ਨਹੀਂ ਹੈ, ਪਰਮਾਤਮਾ ਨੂੰ ਪਤਾ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਆਪਦੀ ਮੱਤ ਛੱਡੋ। ਜੇ ਅਸੀਂ ਆਪਦੀ ਮੱਤ ਛੱਡ ਦਾਂਗੇ ਫਿਰ ਮਾਲਕ ਦੀ ਰਜ਼ਾ ਨੂੰ ਸਮਝਾਂਗੇ ਅਤੇ ਸਾਡਾ ਜਿਹੜਾ ਜੀਵਨ ਉਹ ਸੁਖੀ ਹੋ ਜਾਏਗਾ। ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਜੋ ਸਾਨੂੰ ਉਪਦੇਸ਼ ਕਰਦੇ ਉਹਨੂੰ ਸਮਝਣਾ ਅਤੇ ਵੱਧ ਤੋਂ ਵੱਧ ਇਸ ਸੰਗਤ ਕਰਨੀ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵੱਸ ਜੇ। ਇਹ ਆਪਾਂ ਜੋ ਸਤਿਗੁਰੂ ਉਪਦੇਸ਼ ਦੇ ਰਹੇ ਉਹ ਉਪਦੇਸ਼ ਨੂੰ ਕਮਾ ਕੇ ਸਮਝ ਕੇ ਆਪਦੇ ਜੀਵਨ ਦਾ ਲਾਹਾ ਕੱਢ ਸਕੀਏ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।